सुंदरी कांड छेवां। ਬੱਤੀਆਂ ਦੰਦਾਂ ਵਿੱਚ ਜ਼ਿਕਰ ਇੱਕ ਨਰਮ ਤੇ ਕੋਮਲ ਜੋ ਜੀਭ ਵਸਦੀ ਹੈ, ਜੋ ਆਪਣੀ ਪ੍ਰੇਮਮਈ ਤੇ ਮਿੱਠੀ ਸੇਵਾ ਨਾਲ ਦੰਦਾਂ ਨੂੰ ਸੁੱਖ ਦਿੰਦੀ ਹੈ ਤੇ ਅੱਗੋਂ ਦੰਦ ਵੀ ਉਸ ਨੂੰ ਖੇਦ ਨਹੀਂ ਪਹੁੰਚਾਉਂਦੇ, ਸਗੋਂ ਉਸ ਦੀ ਰਾਖੀ ਕਰਦੇ ਹਨ। ਇੱਕਰ ਹੀ ਸਰਦਾਰ ਸ਼ਾਮ ਸਿੰਘ ਦੇ ਜਥੇ ਦੇ ਬਹਾਦਰ ਸਿੰਘਾਂ ਵਿੱਚ ਨਿਮਰਤਾ ਤੇ ਮਿੱਠਤ ਦੀ ਪੁਤਲੀ ਸੁੰਦਰੀ ਦਾ ਨਿਰਬਾਹ ਹੋਣ ਲੱਗਾ। ਦੋ ਵੇਲੇ ਲੰਗਰ ਵਿੱਚ ਸੁੰਦਰੀ ਲੱਗੀ ਰਹਿੰਦੀ, ਭੋਜਨ ਤਿਆਰ ਕਰਦੀ, ਕੁਝ ਸਿੰਘਾਂ ਹੋਰ ਸਹਾਇਤਾ ਕਰਦੇ। ਜਦ ਸਭ ਜਾਣੇ ਛਕ ਲੈਂਦੇ, ਤਦ ਹੋਰ ਸੇਵਾ ਵਿੱਚ ਹੱਥ ਪੈਰ ਮਾਰਦੀ, ਭਜਨ ਬਾਣੀ ਵੀ ਨੇਮ ਨਾਲ ਕਰਦੀ। ਜਦ ਲੰਗਰ ਮਸਤਾਨਾ ਹੋ ਜਾਂਦਾ, ਅੰਨ ਦਾਣੇ ਦੀ ਟੋਟ ਹੋ ਜਾਂਦੀ, ਤਦ ਖਾਲਸਾ ਜੀ ਬੰਨ ਦੇ ਫਲਾਂ ਤੇ ਮਿੱਠੀਆਂ ਜੜ੍ਹਾਂ ਪੁਰ ਗੁਜ਼ਾਰਾ ਕਰਦੇ। ਇਸ ਸੇਵਾ ਵਿੱਚ ਵੀ ਸੁੰਦਰੀ ਤਕੜੀ ਹੋ ਗਈ। ਵੇਲੀ ਹੋ ਕੇ ਸਾਰੇ ਬਨ ਵਿੱਚ ਫਿਰਦੀ, ਅਰ ਖਾਣ ਵਾਸਤੇ ਫਲਦਾਰ ਬ੍ਰਿਸ਼ਾਂ ਨੂੰ ਤੱਕ ਵਿੱਚ ਰੱਖਦੀ। ਲੋੜ ਪਈ ਤੇ ਲੈ ਵੀ ਆਂਦੀ। ਬਨ ਦੀ ਉੱਤਰ ਦਿਸ਼ਾ ਵੱਲ ਇੱਕ ਪਹਾੜੀ ਦਾ ਟਿੱਲਾ ਸੀ। ਸੁੰਦਰੀ ਇੱਕ ਦਿਨ ਉਸ ਪਰ ਚੜ ਗਈ, ਅਰ ਜਦ ਕੋ ਉਤਰ ਗਈ, ਤਦ ਉੱਥੇ ਇੱਕ ਨਿੱਕਾ ਜਿਹਾ ਪਿੰਡ ਡਿੱਠਾ, ਜਿਸ ਦੇ ਆਲੇ ਦੁਆਲੇ ਹਰੇ ਭਰੇ ਖੇਤ ਲਹਿਲਾ ਰਹੇ ਸਨ। ਪਿੰਡ ਵਿੱਚ ਜਾ ਕੇ ਸੁੰਦਰੀ ਨੇ ਕੁਛ ਮਧਰੇ ਅਰ ਉਂਝ ਤਕੜੇ ਲੋਕ ਡਿੱਠੇ। ਉਹ ਸਭ ਵਾਹੀ ਕਰਦੇ ਸਨ ਤੇ ਸਨ ਵੀ ਹਿੰਦੂ। ਇੱਥੋਂ ਭਾਜੀਆਂ ਤੇ ਲੂਣ ਮਿਰਚ ਆਦਿ ਮਿਲ ਜਾਂਦੇ ਸਨ। ਕਈ ਵੇਰ ਸੁੰਦਰੀ ਇੱਥੋਂ ਤੀਕ ਗੇੜੇ ਲਾ ਜਾਂਦੀ, ਅਰ ਕਈ ਛੋਟੇ ਸੌਦੇ ਸੂਤ ਵੀ ਲੈ ਜਾਂਦੀ। ਪਰ ਕਿਸੇ ਨੂੰ ਪਤਾ ਨਾ ਲੱਗਦਾ ਕਿ ਇਹ ਦੇਵੀ ਕਿੱਥੋਂ ਆਉਂਦੀ ਹੈ ਤੇ ਕਿੱਧਰ ਚਲੀ ਜਾਂਦੀ ਹੈ। ਇੱਕ ਵੈਰੀ ਖਾਲਸੇ ਦਾ ਲੰਗਰ ਮਸਤਾਨਾ ਹੋ ਗਿਆ। ਫਲਾਂ ਜੜ੍ਹਾਂ ਆਦਿ ਖਾਂਦਿਆਂ ਮੂੰਹ ਫਿਰ ਗਏ ਤੇ ਖਜ਼ਾਨਾ ਵੀ ਖਾਲੀ ਹੋ ਗਿਆ। ਸਾਰੀ ਫੌਜ ਇਨ੍ਹਾਂ ਗਿਣਤੀਆਂ ਵਿੱਚ ਸੀ ਕਿ ਕੀ ਕੀਤਾ ਜਾਵੇ। ਸੁੰਦਰੀ ਦੇ ਕੋਲ ਇੱਕ ਮੁੰਦਰੀ ਸੀ, ਜੋ ਉਸਦੇ ਵਿਆਹ ਦੇ ਵੇਲੇ ਤੋਂ ਅੱਜ ਤੀਕ ਹੱਥੀ ਸੀ। ਇਸ ਵਿੱਚ ਹੀਰੇ ਦੀ ਟੁਕੜੀ ਜੜੀ ਹੋਈ ਸੀ। ਇਸ ਨੂੰ ਵੇਚ ਕੇ ਕੁਛ ਅੰਨ ਪਾਣੀ ਖਰੀਦਣ ਦਾ ਸੰਕਲਪ ਧਾਰ ਸੁੰਦਰੀ ਉਸ ਪਿੰਡ ਵਿੱਚ ਪਹੁੰਚ ਗਈ। ਪਰ ਉਸ ਪਿੰਡ ਵਿੱਚ ਹੀਰੇ ਦੀ ਸਾਰ ਕਿਸ ਨੂੰ ਮਾਲੂਮ ਸੀ। ਇੱਕ ਦੋ ਬਾਣੀਆਂ ਵੇਖ ਚੁੱਕੇ, ਪਰ ਸੱਚੇ ਝੂਠੇ ਦੀ ਪਰਖ ਕਿਸੇ ਥੋਂ ਨਾ ਹੋਈ। ਨਿਰਾਸ਼ ਹੋ ਕੇ ਮੁੜੀ ਆਂਦੀ ਸੀ ਕਿ ਬਾਜ਼ਾਰ ਦੀ ਨੁੱਕਰ ਉੱਤੇ ਇੱਕ ਚਿੱਟ ਪੋਸ਼ੀਆ ਖੱਤਰੀ ਬੱਚਾ ਉਦਾਸ ਬੈਠਾ ਸੀ। ਸੁੰਦਰੀ ਦੀ ਸੁੰਦਰਤਾ ਤੇ ਉਸਦੇ ਚੰਦ ਵਰਗੇ ਚਿਹਰੇ ਪਰ ਉਦਾਸੀ ਦੀ ਬਦਲੀ ਵੇਖ ਕੇ ਖੱਤਰੀ ਤੋਂ ਨਾ ਰਿਹਾ ਗਿਆ। ਬੋਲਿਆ, ਬੀਬੀ, ਤੂੰ ਕੌਣ ਹੈ ਤੇ ਉਦਾਸ ਕਿਉਂ ਹੈ? ਸੁੰਦਰੀ, ਮੈਂ ਉਦਾਸ ਇਸ ਕਰਕੇ ਹਾਂ ਕਿ ਮੇਰੇ ਹੀਰੇ ਦੀ ਮੁੰਦਰੀ ਦਾ ਗਾਹਕ ਨਹੀਂ ਕੋਈ ਮਿਲਦਾ। ਖੱਤਰੀ, ਮੁੰਦਰੀ ਮੈਨੂੰ ਵਿਖਾ ਖਾਂ। ਸੁੰਦਰੀ ਨੇ ਮੁੰਦਰੀ ਵਿਖਾ ਦਿੱਤੀ। ਖੱਤਰੀ, ਮੁੰਦਰੀ ਤਾਂ ਚੰਗੀ ਹੈ, ਨਗ ਵੀ ਸੁੱਚਾ ਹੈ, ਮੁੱਲ ਵੀ 500-700 ਮਿਲ ਸਕਦਾ ਹੈ, ਪਰ ਸ਼ੌਕ ਕਿ ਅੰਬ ਦੇ ਬ੍ਰਿਸ਼ ਤੋਂ ਦੂਰ ਡਿੱਗੀ ਹੋਈ ਖੰਭ ਟੁੱਟੀ ਕੋਇਲ ਹਾਂ। ਧਨ ਸੰਪਦਾ ਪਾਸ ਨਹੀਂ ਤਾਂ ਮੈਂ ਇਸ ਦਾ ਪੂਰਾ ਮੁੱਲ ਦੇ ਦਿੰਦਾ। ਫਿਰ ਠੰਡਾ ਸਾਹ ਭਰ ਕੇ ਹੰਝੂ ਭਰ ਲਿਆਇਆ, ਅਰ ਮੁੰਦਰੀ ਨੂੰ ਮੋੜ ਕੇ ਬੋਲਿਆ, ਬੀਬੀ, ਸ਼ਿਵਜੀ ਤੇਰੀ ਕਾਮਨਾ ਪੂਰੀ ਕਰਨ, ਪਰ ਜੇ ਤੂੰ ਇਹ ਮੁੰਦਰੀ ਕਿਸੇ ਸ਼ਹਿਰ ਵਿੱਚ ਲੈ ਜਾਵੇ ਤਾਂ ਚੰਗਾ ਮੁੱਲ ਵੱਟ ਲਿਆਵੇਂ। ਸੁੰਦਰੀ, ਬਹੁਤ ਅੱਛਾ, ਜੋ ਗੁਰੂ ਜੀ ਨੂੰ ਭਾਵੇ, ਪਰ ਤੁਸੀਂ ਦੱਸੋ ਕਿ ਮਰਦ ਹੋ ਕੇ ਤੁਸੀਂ ਕਿਉਂ ਰੋ ਰਹੇ ਹੋ? ਹੰਝੂ ਤ੍ਰਿਮਤਾ ਦੇ ਕਿਰਦੇ ਹਨ, ਮਰਦ ਤਾਂ ਕਦੇ ਨਹੀਂ ਡੇਗਦਾ। ਖੱਤਰੀ, ਬੀਬੀ, ਤੂੰ ਤੀਵੀਂ ਤੇ ਮੈਂ ਬਲਹੀਨ ਮਰਦ ਹਾਂ। ਨਾ ਤੂੰ ਮੇਰਾ ਦੁੱਖ ਨਿਵਰਤ ਕਰ ਸਕੇ, ਨਾ ਮੈਂ ਤੇਰੀ ਲੋੜ ਪੂਰੀ ਕਰ ਸਕਾਂ। ਫੇਰ ਕੀ ਦੱਸਣਾ ਹੋਇਆ? ਆਪਣੇ ਰਸਤੇ ਜਾ ਤੇ ਆਪਣੇ ਘਰ ਆਨੰਦ ਭੋਗ। ਭਾਵੇਂ ਤੇਰੇ ਮੁੰਦਰੀ ਵੇਚਣ ਤੋਂ ਜਾਪਦਾ ਹੀ ਕਿ ਤੂੰ ਦੁਖੀ ਹੈ, ਪਰ ਫੇਰ ਵੀ ਇਹਨਾਂ ਬਨਾਂ ਦੇ ਆਸਰੇ ਮੁਗਲ ਹਾਕਮਾਂ ਦੇ ਧੱਕਿਆਂ ਤੋਂ ਸਿਰ ਲੁਕਾਈ ਬੈਠੀ ਹਾਂ। ਸ਼ਹਿਰਾਂ ਪਿੰਡਾਂ ਦਾ ਵਸੇਬਾ ਤਾਂ ਹੁਣ ਨਰਕ ਹੋ ਗਿਆ ਹੈ। ਸੁੰਦਰੀ, ਹੇ ਪਰਮੇਸ਼ਰ ਦੇ ਬੰਦੇ, ਮੈਂ ਪਰਮ ਸੁਖੀ ਹਾਂ। ਸਰੀਰ ਕਰਕੇ ਅਬਲਾ ਮੈਨੂੰ ਕਹਿ ਲੋ, ਪਰ ਮੈਂ ਮਨ ਕਰਕੇ ਬਲੀ ਹਾਂ।
ਮੇਰੇ ਕਬੀਲੇ ਵਾਲੇ ਬਲੀ ਹਨ ਕਿ ਜਿਨ੍ਹਾਂ ਦਾ ਲੋਹਾ ਹੁਣ ਤੁਰਕ ਵੀ ਮੰਨਦੇ ਹਨ। ਖੱਤਰੀ, ਤੁਰਕਾਂ ਦੇ ਟਾਕਰੇ ਦਾ ਕੌਣ ਹੈ? ਸਿੱਖ ਵਿਚਾਰੇ ਉੱਠੇ ਸਨ, ਕਿਤੇ ਕਿਤੇ ਉਹਨਾਂ ਚੰਗੇ ਦੰਦ ਖੱਟੇ ਕੀਤੇ ਸਨ, ਪਰ ਨਾਸ ਹੋਵੇ ਸਾਡੇ ਆਪਣੇ ਭਰਾਵਾਂ ਦਾ, ਜਿਹੜੇ ਸਿੱਖਾਂ ਦਾ ਵੀ ਖੁਰਾ ਖੋਜ ਪਟਵਾ ਰਹੇ ਹਨ। ਪਰ ਕੀਕੂ ਉਹ ਮਰਦੇ ਮੁੱਕਦੇ, ਫਿਰ ਉਹ ਮਗਦੇ ਤੇ ਧਰਮਾਂ ਤੋਂ ਜਾਨਾਂ ਵਾਰਦੇ ਰਹਿੰਦੇ ਹਨ। ਹੁਣ ਵੇਖੋ ਖਾਨ ਲਖਪਤ ਏਮਨਾਬਾਦ ਸਿੱਖਾਂ ਪਰ ਭੜਥੂ ਪਾਈ ਆ ਰਿਹਾ ਹੈ। ਓਹੋ ਮਹਾਦੇਵ ਭੋਲੋ, ਇਹ ਕੀ ਹੋ ਰਿਹਾ ਹੈ? ਸਿੱਖਾਂ ਦੇ ਸਿਰ ਭੜਥੂ ਸੁਣ ਕੇ ਸਿੰਦਰੀ ਦਾ ਚਿਹਰਾ ਲਾਲ ਹੋ ਗਿਆ, ਪਰ ਫੇਰ ਸੋਚ ਕੇ ਸੰਭਲੀ ਅਰ ਤੱਕੋ ਤੱਕੀ ਦੇ ਇਕੱਠੇ ਕੀਤੇ ਧੀਰਜ ਨਾਲ ਬੋਲੀ, ਤੁਸੀਂ ਆਪਣਾ ਹਾਲ ਤਾਂ ਸੁਣਾਓ। ਖੱਤਰੀ, ਹੇ ਦੇਵੀ, ਜੇ ਤੁਹਾਨੂੰ ਹੱਠ ਹੈ ਤਾਂ ਲੈ ਸੁਣ ਦੁੱਖ ਭਰੀ ਵਾਰਤਾ। ਇਸ ਥਾਂ ਤੋਂ 10-20 ਕੋ ਹਿਠਾੜ ਨੂੰ ਸ਼ਾਹੀ ਰਸਤੇ ਤੋਂ ਜਰਾ ਦੁਰਾਡਾ ਕਰਕੇ ਇੱਕ ਮੁਸਲਕਾ ਪਿੰਡ ਹੈ। ਉਸ ਵਿੱਚ ਹਿੰਦੂਆਂ ਦੇ ਘਰ ਵੀ ਚੌਖੇ ਹਨ। ਇੱਕ ਸੁੰਦਰ ਸ਼ਿਵ ਦੁਆਲਾ ਵੀ ਹੈ। ਸਾਡਾ ਘਰਾਣਾ ਵੱਡਾ ਪੁਰਾਤਨ ਹੈ। ਅਕਬਰ ਦੇ ਵੇਲੇ ਦੀਵਾਨ ਟੋਡਰ ਮਲ ਦੇ ਮਾਤ ਹਿੱਤ ਸਾਡਾ ਵੱਡਾ ਵੀ ਕੋਈ ਕਿਸੇ ਹੱਦੇ ਤੇ ਸੀ। ਧਨ ਦੌਲਤ ਇੰਨੀ ਸੀ ਕਿ ਅੱਜ ਤੱਕ ਨਹੀਂ ਮੁੱਕੀ। ਜਾਤ ਦੇ ਅਸੀਂ ਉੱਚੇ ਖੱਤਰੀ ਹਾਂ। ਸਾਡੇ ਨਗਰ ਵਿੱਚ ਇੱਕ ਹਾਕਮ ਤੇ ਉਸਦੇ ਸਿਪਾਹੀ ਰਹਿੰਦੇ ਹਨ। ਥੋੜੇ ਦਿਨ ਹੋਏ ਮੈਂ ਸ਼ਿਵ ਦਿਵਾਲੇ ਜਲ ਚੜਾਉਣ ਗਿਆ ਸੀ। ਪਿੱਛੇ ਮੇਰੀ ਵਹੁਟੀ ਕੋਠੇ ਉੱਤੇ ਖਲੋਤੀ ਵਾਲ ਸੁਕਾਉਂਦੀ ਸੀ। ਮੁਗਲ ਹਾਕਮ ਦਾ ਮਹਿਲ ਸਾਥੋਂ ਰਤਾ ਉਚੇਰਾ ਹੈ। ਕੋਠੇ ਉੱਤੋਂ ਉਸ ਨੇ ਮੇਰੀ ਇਸਤਰੀ ਵੇਖ ਲਿੱਤੀ। ਉਸੇ ਵੇਲੇ ਪਤਾ ਕੱਢਿਓਸ ਕਿ ਇਹ ਫਲਾਣੇ ਦੀ ਵਹੁਟੀ ਹੈ। ਬਸ ਮੈਨੂੰ ਸ਼ਿਵ ਦਿਵਾਲੇ ਦੇ ਵਿੱਚੋਂ ਨਿਕਲਦਿਆਂ ਹੀ ਫੜਵਾ ਮੰਗਵਾਇਆ ਅਰ ਆਖਣ ਲੱਗਾ ਕਿ ਪਾਤਸ਼ਾਹ ਸਲਾਮਤ ਨੂੰ ਪਤਾ ਲੱਗਾ ਹੈ ਜੋ ਤੁਹਾਡੇ ਘਰ ਅਕਬਰ ਦੇ ਖਜ਼ਾਨੇ ਦੇ ਜਵਾਹਰਾਤ ਹਨ, ਜੋ ਸੋ ਜੇਕਰ ਦੇ ਦੇਵੇ ਤਾਂ ਚੰਗਾ, ਨਹੀਂ ਤਾਂ ਕੈਦ ਹੋ ਜਾਓਗੇ। ਮੈਂ ਕਿਹਾ ਕਿ ਅਕਬਰ ਨੂੰ ਮੋਇਆ ਪੀੜ੍ਹੀਆਂ ਬੀਤ ਗਈਆਂ, ਮੇਰੀਆਂ ਪੀੜ੍ਹੀਆਂ ਮਰ ਚੁੱਕੀਆਂ ਹਨ, ਇਸ ਗੱਲ ਦਾ ਕੋਈ ਸਬੂਤ ਨਹੀਂ। ਕਹਿਣ ਲੱਗਾ, ਉਹ ਕਾਫਰ ਮੋਮਨਾ ਦੇ ਸਾਹਮਣੇ ਝੂਠ ਬੋਲਦਾ ਹੈ, ਚੱਲ ਦੂਰ ਹੋ। ਇਹ ਕਹਿ ਕੇ ਅੱਖ ਨਾਲ ਸੈਨਤ ਕੀਤੀ ਉਸ ਝੱਟ ਸਿਪਾਹੀ ਮੈਨੂੰ ਬੰਦੀ ਖਾਨੇ ਲੈ ਗਏ। ਉਧਰੋਂ ਮੇਰੇ ਘਰ ਉੱਤੇ ਪਹਿਰਾ ਬਿਠਾ ਦਿੱਤਾ। ਦੂਜੇ ਦਿਨ ਮੈਨੂੰ ਕਿਹਾ ਭੇਜਿਆ ਕਿ ਜੇ ਤੂੰ ਆਪਣੀ ਇਸਤਰੀ ਦੇ ਦੇਵੇ ਤਾਂ ਤੈਨੂੰ ਛੱਡ ਦਿੰਦੇ ਹਾਂ। ਇਹ ਗੱਲ ਸੁਣ ਕੇ ਮੈਨੂੰ ਗਸ਼ ਪੈ ਗਿਆ ਕਿ ਹਾਏ ਪਿਆਰੀ ਵਹੁਟੀ ਮੇਥੋਂ ਖੁੱਸ ਕੇ ਦੂਏ ਦੀ ਬਣ ਜਾਏਗੀ। ਜਾਂ ਹੋਸ਼ ਆਈ ਤਦ ਮੈਂ ਸੋਨੇ ਦੇ ਕੜੇ ਤੇ ਮੁੰਦਰੀਆਂ ਜੋ ਮੇਰੇ ਕੋਲ ਸਨ ਦਰੋਗੇ ਨੂੰ ਵੱਡੀ ਵਿੱਚ ਦੇ ਦਿੱਤੇ ਅਰ ਛੁਟਕਾਰਾ ਪਾ ਕੇ ਘਰ ਵੱਲ ਆ ਗਿਆ। ਪਰ ਮੇਰੀ ਵਹੁਟੀ ਨੂੰ ਉਹ ਅੱਗੇ ਹੀ ਫੜ ਕੇ ਲੈ ਗਿਆ ਸੀ ਅਰ ਮੇਰੇ ਘਰ ਪਹਿਰੇ ਬਿਠਾਏ ਹੋਏ ਸਨ। ਇਹ ਖਬਰ ਸੁਣ ਕੇ ਮੇਰੀਆਂ ਸੱਤੇ ਸੁੱਧਾਂ ਭੁੱਲ ਗਈਆਂ, ਪਰ ਮੈਂ ਕੀ ਕਰ ਸਕਦਾ ਸਾਂ। ਪਿੰਡੋਂ ਬਾਹਰ ਜਾ ਕੇ 2 ਦਿਨ ਰੋਂਦਿਆਂ ਕੱਟੇ ਛੇਕੜ ਕਿਸੇ ਹੀਲੇ ਨਾਲ ਖਬਰ ਮੰਗਵਾਈ ਕਿ ਮੇਰੀ ਵਹੁਟੀ ਨੇ ਅਜੇ ਧਰਮ ਨਹੀਂ ਹਾਰਿਆ, ਪਰ ਕੈਦ ਵਿੱਚ ਪਈ ਹੋਈ ਹੈ। ਪਰੰਤੂ ਲੋਕਾਂ ਵਿੱਚ ਇਹ ਗੱਲ ਉੱਡੀ ਹੋਈ ਹੈ ਕਿ ਉਹ ਮਹਿਲੀ ਵੜ ਗਈ ਹੈ। ਇੱਕ ਦਿਨ ਹੋਰ ਲੁਕ ਛਿਪ ਕੇ ਕੱਟਿਆ ਕੋਈ ਢੰਗ ਵਹੁਟੀ ਦੇ ਬਚਾਉਣ ਦਾ ਨਾਂ ਪਾ ਕੇ ਮੈਂ ਇੱਧਰ ਨਿਕਲ ਆਇਆ ਜੋ ਕਿਸੇ ਤਰ੍ਹਾਂ ਮਰ ਜਾਵਾਂ, ਪਰ ਜਿੰਦ ਪਾਪਨ ਵੱਡੀ ਪਿਆਰੀ ਹੈ। ਸੁੰਦਰੀ, ਹੇ ਅਪਦਾ ਗ੍ਰਸੇ ਸੱਜਣ, ਆਤਮਘਾਤ ਕਰਨਾ ਮਹਾ ਪਾਪ ਹੈ ਤੇ ਤੂੰ ਵਹੁਟੀ ਦਾ ਛੁਟਕਾਰਾ ਚਾਹੇ ਤਾਂ ਮੇਰੇ ਨਾਲ ਚੱਲ। ਮੇਰੇ ਭਰਾ ਤੇਰੀ ਇਸਤਰੀ ਤੈਨੂੰ ਲੈ ਦੇਣਗੇ। ਜੇ ਤੂੰ ਵਹੁਟੀ ਦੇ ਤੁਰਕ ਹੋ ਜਾਣ ਦੀ ਪੱਕੀ ਖਬਰ ਪਾਈ ਹੈ ਤਾਂ ਹੁਣ ਉਸ ਨੂੰ ਮਿਲਿਆ ਨਹੀਂ ਚਾਹੁੰਦਾ ਤਾਂ ਮੇਰੇ ਵੀਰ ਤੈਨੂੰ ਧਰਮ ਦੇ ਕੰਮ ਵਿੱਚ ਲਾ ਦੇਣਗੇ, ਐਸਾ ਕਿ ਤੇਰਾ ਜੀਵਨ ਸਫਲ ਹੋ ਜਾਏਗਾ। ਖੱਤਰੀ, ਬੀਬੀ ਤੇਰੇ ਬਚਨ ਅਜਿਹੇ ਕੋਮਲ ਤੇ ਮਿੱਠੇ ਹਨ ਕਿ ਮੇਰੇ ਘਾਇਲ ਮਨ ਉੱਤੇ ਮਲਮ ਦਾ ਕੰਮ ਕਰਦੇ ਹਨ। ਡੁੱਬਦੇ ਨੂੰ ਤੀਲੇ ਦਾ ਸਹਾਰਾ ਕੋਈ ਢੰਗ ਮੇਰੇ ਪਾਸ ਆਪਣੇ ਬਚਾਓ ਦਾ ਨਹੀਂ ਰਿਹਾ, ਕੋਈ ਰਸਤਾ ਵਹੁਟੀ ਛੁਟਕਾਰੇ ਦਾ ਨਹੀਂ। 4 ਚੁਫੇਰੇ ਹਨੇਰਾ ਛਾ ਰਿਹਾ ਹੈ। ਬਿਪਤਾ ਦੀਆਂ ਮੂਰਤਾਂ ਪੱਤੇ ਪੱਤੇ ਪਰ ਲਿਖੀਆਂ ਗਈਆਂ ਹਨ। ਉਹ ਕੀ ਪਾਪ ਹੈ ਜਿਸ ਕਰਕੇ ਸਾਡੇ ਦੇਸ਼ ਉੱਤੇ ਏਡਾ ਕਹਿਰ ਹੋ ਰਿਹਾ ਹੈ? ਕਿਉਂ ਸਾਡੇ ਭਾ ਦੀ
ਕੰਪਕਤੀ ਆ ਰਹੀ ਹੈ। ਦੇਵੀ ਦੇਵਤੇ ਕਿੱਧਰ ਜਾ ਲੁਕੇ, ਰਿਖੀ ਮੁਨੀ ਕਿਉਂ ਨਹੀਂ ਬੋੜਦੇ, ਹੇ ਸ਼ਿਵ ਹੇ ਵਿਸ਼ਨੂੰ ਦੇਵਤੇ ਦੁਖੀ ਹਨ ਬੋੜੋ। ਹਾਏ ਅਪਦਾ ਇਹ ਕੀ ਕਹਿਰ ਵਰਤ ਗਿਆ, ਮਲੇਸ਼ਾਂ ਦਾ ਨਾਸ਼ ਕਿਉਂ ਨਹੀਂ ਹੁੰਦਾ, ਇਹ ਉਪੱਦਰ ਕਿਉਂ ਨਹੀਂ ਟਲਦਾ, ਹਾਏ ਕਸ਼ਟ ਕੀ ਅਨਰਥ ਹੋ ਰਿਹਾ ਹੈ। ਮਨ ਦੇ ਦੁਖੜੇ ਤੇ ਅੰਤਹਿਕਰਨ ਦੀ ਨਿਰਾਸ਼ਤਾ ਦੇ ਕੀਰਨੇ ਸੁਣ ਕੇ ਸੁੰਦਰੀ ਦਾ ਕਲੇਜਾ ਕੰਬ ਗਿਆ। ਧੀਰਜ ਨਾਲ ਬੋਲੀ, ਹੇ ਸਾਈਂ ਦੇ ਬੰਦੇ, ਇਹ ਸਭ ਔਖ ਇੱਕ ਪਰਮੇਸ਼ਰ ਦੀ ਸੇਵਾ ਛੱਡ ਕੇ ਫੋਕਟ ਕਰਮ ਕਰਨ ਦੇ ਫਲ ਹਨ। ਇੱਕ ਪਰਮੇਸ਼ਰ ਦਾ ਲੜ ਫੜਿਆ ਕਾਰਜ ਰਾਸ ਹੁੰਦੇ ਹਨ, ਇੱਕ ਦੇ ਲੜ ਲੱਗੇ ਸਾਰੇ ਆਪੋ ਵਿੱਚ ਪਿਆਰ ਨਾਲ ਪਰੋਤੇ ਜਾਂਦੇ ਹਨ। ਇੱਕ ਦੋ ਪੁੱਤਰ ਆਪੋ ਵਿੱਚ ਭਰਾਓ ਹੁੰਦੇ ਹਨ, ਭਰਾਓ ਪਣੇ ਦੇ ਭਾਵ ਨਾਲ ਜੁੜੇ ਹੋਏ ਇੱਕ ਤਾਕਤ ਬਣ ਜਾਂਦੇ ਹਨ। ਵਿਕੋ ਲਿਤਰਿਆਂ ਰਹਿਣਾ ਸਾਡੇ ਦੇਸ਼ ਦੀ ਕਮਜ਼ੋਰੀ ਦਾ ਕਾਰਨ ਹੈ। ਸਾਡੇ ਆਪੋ ਵਿੱਚ ਪਾਟੇ ਰਹਿਣਾ ਇੱਕ ਮੰਦ ਕਰਮ ਹੈ, ਜਿਸ ਦੀ ਸਜ਼ਾ ਅਸੀਂ ਭੁਗਤ ਰਹੇ ਹਾਂ। ਖੱਤਰੀ ਆਪਣੇ ਵਹਿਣਾਂ ਵਿੱਚ ਡੁੱਬਾ ਮੂਰਤ ਬਣਿਆ ਬੈਠਾ ਸੀ। ਸੁੰਦਰੀ ਨੇ ਬਾਹੋਂ ਫੜ ਉਠਾਇਆ ਤੇ ਨਾਲ ਲੈ ਤੁਰੀ। ਜਦ ਪਿੰਡੋਂ ਦੂਰ ਨਿਕਲ ਗਈ ਤਦ ਕਹਿਣ ਲੱਗੀ ਕਿ ਅੱਜ ਕੱਲ੍ਹ ਸਮਾਂ ਜਾਂਦਾ ਹੈ ਬੁਰਾ ਤੇ ਅਸੀਂ ਲੁਕ ਕੇ ਗੁਜ਼ਾਰਾ ਕਰ ਰਹੇ ਹਾਂ, ਇਸ ਕਰਕੇ ਕਿਸੇ ਨੂੰ ਆਪਣਾ ਪਤਾ ਨਹੀਂ ਦੱਸ ਸਕਦੇ। ਤੇਰੀਆਂ ਅੱਖਾਂ ਤੇ ਮੈਂ ਪੱਟੀ ਬੰਨ੍ਹ ਦਿੰਦੀ ਹਾਂ ਤੇ ਟਿਕਾਣੇ ਚੱਲ ਕੇ ਖੋਲ ਦੇਵਾਂਗੀ। ਖੱਤਰੀ ਨੇ ਅੱਗੋਂ ਨਾ ਨੁਕਰ ਕੁਛ ਨਾ ਕੀਤੀ। ਸੁੰਦਰੀ ਨੇ ਪੱਟੀ ਬੰਨ੍ਹ ਦਿੱਤੀ ਔਰ ਜੰਗਲ ਦੇ ਬਿਖੜੇ ਰਸਤੇ ਥਾਣੀ ਲੰਘ ਕੇ ਆਪਣੇ ਡੇਰੇ ਵਿੱਚ ਲੈ ਪਹੁੰਚੀ। ਅੱਗੇ ਜਾ ਕੇ ਵੇਖਦੀ ਹੈ ਕਿ ਜੰਗਲ ਵਿੱਚ ਰੌਣਕ ਲੱਗ ਰਹੀ ਹੈ ਔਰ ਦੇਗਾਂ ਗਰਮ ਹਨ, ਜਵਾਲਾ ਲੱਟ ਰਹੀ ਹੈ। ਹੈਰਾਨ ਹੋ ਕੇ ਇੱਕ ਸਿੰਘ ਨੂੰ ਪੁੱਛਣ ਲੱਗੀ, ਭਰਾ ਜੀ ਇਹ ਕੀ ਹੈ? ਉਸ ਉੱਤਰ ਦਿੱਤਾ, ਭੈਣ ਜੀ ਮਹਾਂਪ੍ਰਸਾਦ ਹੈ। ਅੱਜ ਲੰਗਰ ਮਸਤਾਨੇ ਹੋਣ ਕਰਕੇ ਸਰਦਾਰ ਹੁਰੀ ਤੇ ਬਲਵੰਤ ਸਿੰਘ ਜੀ ਸ਼ਿਕਾਰ ਚੜ੍ਹੇ ਸਨ, ਸੋ ਕਈ ਹਰਨਾਂ ਦੀ ਡਾਰ ਮਾਰ ਲਿਆਏ ਹਨ, ਉਹਨਾਂ ਦੀਆਂ ਦੇਗਾਂ ਧਰ ਦਿੱਤੀਆਂ ਹਨ। ਤੁਸਾਂ ਅੱਜ ਵੱਡਾ ਚਿਰ ਲਾਇਆ, ਕਿੱਧਰ ਗਏ ਸਾਓ? ਸੁੰਦਰੀ ਹੱਸ ਕੇ ਬੋਲੀ, ਵੀਰ ਜੀ ਤੁਸੀਂ ਚਿਰ ਤੋਂ ਵਿਹਲੇ ਬੈਠੇ ਸਾਂ, ਤੁਹਾਡੇ ਕੰਮ ਲਈ ਕੰਮ ਲੱਭਣ ਗਈ ਸੀ। ਸਿੰਘ, ਫੇਰ ਕੋਈ ਆਂਦਾ ਜੇ? ਖੱਤਰੀ, ਸੁੰਦਰੀ, ਆ ਵੇਖਾਂ। ਇੰਨੇ ਨੂੰ ਬਲਵੰਤ ਸਿੰਘ ਆ ਗਿਆ। ਭੈਣ ਨੂੰ ਪੁੱਛਣ ਲੱਗਾ ਕਿ ਇਹ ਕੌਣ ਹੈ। ਸੁੰਦਰੀ ਨੇ ਸਾਰੀ ਵਿਥਿਆ ਸੁਣਾਈ। ਫਿਰ ਦੋਵੇਂ ਸਰਦਾਰ ਪਾਸ ਗਏ, ਖੱਤਰੀ ਨੂੰ ਵੀ ਲੈ ਗਏ। ਸਾਰਾ ਹਾਲ ਸੁਣ ਕੇ ਸ਼ਾਮ ਸਿੰਘ ਦੇ ਹਿਰਦੇ ਪਰ ਇੱਕ ਅਚਰਜ ਅਸਰ ਹੋਇਆ। ਸੁੰਦਰੀ ਦੇ ਹਿਰਦੇ ਵਿੱਚ ਧਰਮ ਦਾ ਏਡਾ ਪ੍ਰੇਮ ਦੇਖ ਕੇ ਉਹ ਭਰਾਵਾਂ ਦੀ ਖਾਤਰ ਆਪਣੀ ਮੁੰਦਰੀ ਵੇਚਣ ਉੱਠ ਤੁਰੀ। ਸਰਦਾਰ ਇੱਕ ਚਾਉ ਤੇ ਕਦਰਦਾਨੀ ਦੇ ਭਾਵ ਨਾਲ ਭਰ ਗਿਆ। ਫਿਰ ਬੋਲਿਆ, ਭੈਣ ਜੀ ਸੱਚਮੁੱਚ ਤੁਸੀਂ ਦੇਵੀ ਹੋ। ਫਿਰ ਖੱਤਰੀ ਦੀ ਵਾਰਤਾ ਨੂੰ ਵਿਚਾਰ ਕੇ ਇੱਕ ਸਿੱਖ ਨੂੰ ਆਗਿਆ ਦਿੱਤੀ ਕਿ ਇਸ ਨੂੰ ਲੰਗਰ ਵਿੱਚ ਲਿਜਾ ਕੇ ਪੱਟੀ ਖੋਲੋ ਤੇ ਕੁਛ ਛਕਾਓ। ਇੱਧਰ ਬਲਵੰਤ ਸਿੰਘ ਨਾਲ ਗੱਲ ਵਰਤੀ ਕਿ ਮਤਾ ਇਹ ਕੋਈ ਵੈਰੀਆਂ ਵਿੱਚੋਂ ਭੇਤ ਲੈਣ ਨਾ ਆਇਆ ਹੋਵੇ, ਇਸ ਦਾ ਵਿਸਾਹ ਕਰਨਾ ਠੀਕ ਨਹੀਂ। ਔਰ ਇੱਕ ਸਿੱਖ ਨੂੰ ਇਹ ਆਗਿਆ ਦਿੱਤੀ ਕਿ ਹਰ ਵੇਲੇ ਉਸ ਦੇ ਨਾਲ ਰਹੇ ਤੇ ਖਿਆਲ ਰੱਖੇ ਕਿ ਉਹ ਕੀ ਕੁਝ ਕਰਦਾ ਹੈ ਤੇ ਕਿੱਧਰ ਆਉਂਦਾ ਜਾਂਦਾ ਹੈ। ਇੱਕ ਹੋਰ ਸਿੱਖ ਜਿਸ ਨੂੰ ਅੱਗੇ ਸੂਹ ਲੈਣ ਘੱਲਿਆ ਸੀ, ਉਸ ਪਿੰਡ ਤੋੜ ਦਿੱਤਾ ਕਿ ਖਬਰ ਲਿਆਵੇ ਕਿ ਜੋ ਕਸ਼ ਖੱਤਰੀ ਨੇ ਕਿਹਾ ਇਹ ਠੀਕ ਹੈ ਕਿ ਨਹੀਂ। ਸੁੰਦਰੀ ਨੂੰ ਆਪਣੀ ਕੈਦ ਭੁੱਲੀ ਨਹੀਂ ਸੀ ਔਰ ਉਹ ਜਾਣਦੀ ਸੀ ਕਿ ਖੱਤਰੀ ਦੀ ਵਹੁਟੀ ਕਿਸ ਔਖ ਵਿੱਚ ਹੋਵੇਗੀ ਔਰ ਕਿੱਕਰ ਇੱਕ ਘੜੀ ਉਸ ਦੇ ਛੁਟਕਾਰੇ ਵਾਸਤੇ ਅਮੋਲਕ ਹੈ। ਉਹ ਚਾਹੁੰਦੀ ਸੀ ਕਿ ਉਸ ਦੀ ਇਸਤਰੀ ਦੇ ਧਰਮ ਨੂੰ ਬਚਾਉਣ ਲਈ ਜਿੰਨੀ ਛੇਤੀ ਕੀਤਾ ਜਾਵੇ ਚੰਗੀ ਹੈ, ਪਰ ਸਰਦਾਰ ਦੀ ਅਕਲ ਤੇ ਦੂਰ ਦੀ ਸੋਚ ਦੀ ਉਲੰਘ ਨਹੀਂ ਸਕਦੀ ਸੀ, ਕਿਉਂਕਿ ਪੱਕ ਜਾਣਦੀ ਸੀ ਕਿ ਉਹਨਾਂ ਦੀ ਬੁੱਧ ਸਾਰੇ ਜਥੇ ਵਿੱਚੋਂ ਚੰਗੀ ਹੈ ਔਰ ਨਾ ਨਿਰੇ ਜਥੇ ਵਿੱਚ ਸਗੋਂ ਸਾਰਾ ਪੰਥ ਉਹਨਾਂ ਦੀ ਅਕਲ ਨੂੰ ਮੰਨਦਾ ਹੈ।